ਤੋਂ ਬਾਅਦ ਫਿਰ ਲੱਗਣਾ ਕਿਹਦੇ 'ਚ ਹੈ, ਮਨ ਕਿਹਦੇ 'ਚ ਲਗਾਉਣਾ ਹੈ, ਉਹਦੇ ਬਾਰੇ ਵੀ ਗੱਲ ਕਰਾਂਗੇ। ਮਨ ਬਿਰਤੀਆਂ ਇਕਾਗਰ ਕਰੀਏ, ਰਸਨਾ ਕਰੀਏ ਪਵਿੱਤਰ। ਉਚਾਰਨ ਕਰੋ ਜੀ, ਸਤਨਾਮ ਵਾਹਿਗੁਰੂ। ਪਿਆਰਿਓ, ਬੇਨਤੀ ਕਰ ਰਿਹਾ ਸੀ ਕਿ ਜੀਵਨ ਕੀਮਤੀ ਹੈ, ਪ੍ਰਤੀ ਪਲ ਪ੍ਰਤੀ क्षण, ਇੱਕ ਇੱਕ ਸੈਕਿੰਡ, ਇੱਕ ਇੱਕ ਪਲ, ਇੱਕ ਇੱਕ ਮਿੰਟ, ਇੱਕ ਇੱਕ ਘੜੀ ਜਿਹੜਾ ਹੈ ਉਹਦੀ ਬੜੀ ਵੱਡੀ ਕੀਮਤ ਹੈ। ਪਰ ਅਸੀਂ ਕੀ ਕਰਦੇ ਹਾਂ, ਆਪਣੇ ਜੀਵਨ ਨੂੰ ਦੁੱਖਾਂ 'ਚ, ਤਕਲੀਫਾਂ 'ਚ, ਝੋਰਿਆਂ 'ਚ, ਚਿੰਤਾਵਾਂ 'ਚ, ਨਫ਼ਰਤ 'ਚ, ਦਵੈਸ਼ 'ਚ, ਈਰਸ਼ਾ ਦੇ ਅੰਦਰ ਕਈ ਘੰਟੇ ਅਸੀਂ ਇਹਨਾਂ ਚੀਜ਼ਾਂ 'ਚ ਗਵਾ ਦਿੰਦੇ ਹਾਂ। ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ, ਮਾੜੀਆਂ ਮਾੜੀਆਂ, ਜਿਨ੍ਹਾਂ ਦਾ ਕੋਈ ਬਹੁਤਾ ਮੁੱਲ ਨਹੀਂ ਹੁੰਦਾ, ਉਹਨਾਂ ਤੇ ਅਸੀਂ ਆਪਣੇ ਕਈ ਘੰਟੇ ਖਰਚਦੇ ਹਾਂ। ਖੁਦ ਤਕਲੀਫ ਵਿੱਚ ਰਹਿੰਦੇ ਹਾਂ, ਦੂਜਿਆਂ ਨੂੰ ਇਹ ਤਕਲੀਫ 'ਚ ਰੱਖਦੇ ਹਾਂ। ਤੇ ਮੈਂ ਬਹੁਤ ਵਾਰੀ ਇਹ ਬੇਨਤੀ ਕਰਦਾ, ਔਰ ਇਸ ਗੱਲ 'ਚ ਸਾਡਾ ਧਿਆਨ ਹੋਣਾ ਚਾਹੀਦਾ ਹੈ, ਔਰ ਥੋੜਾ ਜਿਹਾ ਸਾਨੂੰ ਸੋਚਣਾ ਚਾਹੀਦਾ ਇਸ ਦੇ ਬਾਰੇ ਕਿ ਤੁਸੀਂ ਉਹੀ ਅੱਗੇ ਦਿੰਦੇ ਹੋ ਜੋ ਤੁਹਾਡੇ ਕੋਲ ਹੈ। ਜਿਹੜੀ ਚੀਜ਼ ਤੁਹਾਡੇ ਪਾਸ ਹੈ, ਜਿਹੜੀ ਚੀਜ਼ ਤੁਸੀਂ ਇਕੱਠੀ ਕੀਤੀ ਹੋਈ ਹੈ, ਜਿਹੜੀ ਚੀਜ਼ ਦਾ ਤੁਹਾਡੇ ਕੋਲ ਸੰਗ੍ਰਹਿ ਹੈ, ਉਹਦੇ ਚੋਂ ਹੀ ਤੁਸੀਂ ਅੱਗੇ ਕੁਝ ਦੇ ਸਕਦੇ ਹੋ। ਹੁਣ ਜਿਹੜੀ ਚੀਜ਼ ਤੁਹਾਡੇ ਕੋਲ ਨਹੀਂ ਹੈ, ਜਿਹਦਾ ਸੰਗ੍ਰਹਿ ਤੁਹਾਡੇ ਕੋਲ ਨਹੀਂ ਹੈ, ਜਿਹੜੀ ਚੀਜ਼ ਤੁਹਾਡੇ ਪਾਸ ਕਤਈ ਵੀ ਨਹੀਂ ਹੈਗੀ, ਰੰਚਕ ਮਾਤਰ ਵੀ ਨਹੀਂ ਹੈਗੀ, ਅਗਰ ਤੁਹਾਡੇ ਕੋਲ ਕੋਈ ਮੰਗੇ ਕਿ ਤੁਸੀਂ ਦਿਓਗੇ ਉਹਨੂੰ, ਤੁਸੀਂ ਕਹੋਗੇ ਵੀ ਮੇਰੇ ਕੋਲ ਹੀ ਨਹੀਂ ਹੈਗੀ, ਮੈਂ ਤੈਨੂੰ ਕਿੱਥੋਂ ਦਿਆਂ ਵੀਰ। ਔਰ ਥੋੜਾ ਧਿਆਨ ਦਿਆ ਜੇ, ਜਿਹੜੀ ਚੀਜ਼ ਤੁਸੀਂ ਦੇ ਦਿੱਤੀ, ਪਹਿਲੀ ਗੱਲ ਜੋ ਤੁਹਾਡੇ ਕੋਲ ਹੈ ਉਹ ਤੁਸੀਂ ਦਿਓਗੇ। ਹੁਣ ਜਿਹੜੀ ਚੀਜ਼ ਤੁਸੀਂ ਅੱਗੇ ਦੇ ਦਿੱਤੀ, ਉਹ ਘੁੰਮ ਘਮਾ ਕੇ, ਵਕਤ ਪਾ ਕੇ, ਸਮਾਂ ਪਾ ਕੇ ਵਾਪਸ ਤੁਹਾਡੇ ਕੋਲ ਆ ਜਾਣੀ ਹੈ। ਔਰ ਸਿਰਫ ਓਨੀ ਨਹੀਂ ਆਉਣੀ ਜਿੰਨੀ ਤੁਸੀਂ ਦਿੱਤੀ ਹੈ, ਸਿਰਫ ਓਨੀ ਨਹੀਂ ਆਉਣੀ ਜਿੰਨੀ ਤੁਸੀਂ ਦਿੱਤੀ ਹੈ, ਉਸ ਤੋਂ ਕਈ ਗੁਣਾ ਜ਼ਿਆਦਾ ਹੋ ਕੇ ਆਉਣੀ ਹੈ ਵਾਪਸ। ਜੋ ਤੁਹਾਡੇ ਕੋਲ ਸੀ ਉਹ ਤੁਸੀਂ ਅੱਗੇ ਦਿੱਤਾ, ਔਰ ਜੋ ਤੁਸੀਂ ਅੱਗੇ ਦਿੱਤਾ ਉਹ ਘੁੰਮ ਘੁਮਾ ਕੇ, ਵਕਤ ਪਾ ਕੇ, ਸਮਾਂ ਪਾ ਕੇ ਤੁਹਾਡੇ ਕੋਲ ਹੀ ਆ ਜਾਣਾ। ਇਹ ਕੁਦਰਤੀ ਵਰਤਾਰਾ ਹੈ, ਕੁਦਰਤੀ ਨਿਯਮ ਹੈ। ਜੈਸੇ ਕੋਈ ਕਿਸਾਨ ਹੈ, ਉਹ ਧਰਤੀ ਨੂੰ ਕੁਝ ਕੁ ਬੀਜ ਦਿੰਦਾ ਹੈ। ਹੁਣ ਉਹਦੀ ਮਰਜ਼ੀ ਉਹ ਬੀਜ ਕਿਹੜੇ ਦੇ ਰਿਹਾ ਹੈ, ਧਰਤੀ ਦੇ ਅੰਦਰ ਕਿਹੜੇ ਬੀਜ ਪਾ ਰਿਹਾ ਹੈ। ਹੁਣ ਉਸਨੇ ਇੱਕ ਬੀਜ ਦਿੱਤਾ ਸੀ ਧਰਤੀ ਨੂੰ, ਸਮਾਂ ਪਾ ਕੇ ਧਰਤੀ ਨੇ ਕਿਤਨੇ ਹੀ ਵੈਸੇ ਹੀ ਬੀਜ ਕਿਸਾਨ ਨੂੰ ਵਾਪਸ ਕਰ ਦਿੱਤੇ, ਆਪਣੇ ਕੋਲ ਨਹੀਂ ਰੱਖੇ। ਹੁਣ ਧਰਤੀ ਇਹ ਨਹੀਂ ਦੇਖਦੀ ਵੀ ਤੁਸੀਂ ਬੀਜਿਆ ਕੀ ਹੈ, ਇਹ ਫੈਸਲਾ ਨਹੀਂ ਕਰਦੀ ਕਿ ਇਹ ਚੰਗਾ ਹੈ ਕਿ ਬੁਰਾ ਹੈ, ਇਹ ਕੰਡਾ ਤੁਸੀਂ ਬੀਜਿਆ ਕਿ ਫੁੱਲ ਬੀਜਿਆ, ਕੀ ਬੀਜਿਆ, ਇਹ ਧਰਤੀ ਫੈਸਲਾ ਨਹੀਂ ਕਰਦੀ। ਧਰਤੀ ਸਿਰਫ ਇਤਨਾ ਦੇਖਦੀ ਹੈ ਤੁਸੀਂ ਬੀਜਿਆ, ਔਰ ਉਹ ਤੁਹਾਡੇ ਕੋਲ ਕਈ ਗੁਣਾ ਜ਼ਿਆਦਾ ਹੋ ਕੇ ਵਾਪਸ ਆਉਣਾ ਹੈ। ਭਾਈ ਗੁਰਦਾਸ ਜੀ ਕਹਿੰਦੇ, ਦਿੱਤਾ ਲਈਏ ਆਪਣਾ, ਅਣ ਦਿੱਤਾ ਕਛ ਹੱਥ ਨਾ ਆਵੇ। ਕਿ ਜੋ ਤੁਸੀਂ ਦਿੱਤਾ ਹੈ ਉਹ ਤੁਹਾਨੂੰ ਮਿਲਣਾ ਹੈ, ਜਿਹੜੀ ਚੀਜ਼ ਤੁਸੀਂ ਕਦੇ ਦਿੱਤੀ ਹੋਈ ਨਹੀਂ ਉਹ ਵਾਪਸ ਨਹੀਂ ਆਏਗੀ। ਖੂਹ 'ਚ ਆਵਾਜ਼ ਤੁਸੀਂ ਦਿੰਦੇ ਹੋ, ਵਾਪਸ ਆਉਂਦੀ ਹੈ, ਔਰ ਜੈਸੀ ਆਵਾਜ਼ ਤੁਸੀਂ ਦਿਓਗੇ ਵੈਸੀ ਵਾਪਸ ਆਏਗੀ, ਬਦਲ ਕੇ ਨਹੀਂ ਆਏਗੀ ਵੀ ਤੁਸੀਂ ਕੁਝ ਹੋਰ ਕਿਹਾ, ਅੱਗੋਂ ਕੁਝ ਹੋਰ ਆਵਾਜ਼ ਆ ਰਹੀ ਹੈ। ਤੁਸੀਂ ਆਸਮਾਨ ਵੱਲ ਪੱਥਰ ਸਿੱਟ ਦਿਓ, ਆਸਮਾਨ ਪੱਥਰ ਆਪਣੇ ਕੋਲ ਨਹੀਂ ਰੱਖਦਾ, ਉਹ ਪੱਥਰ ਵਾਪਸ ਤੁਹਾਡੇ ਤੇ ਆਉਣਾ ਹੈ। ਤੁਸੀਂ ਆਸਮਾਨ ਵੱਲ ਫੁੱਲ ਸਿੱਟੇ ਨੇ ਤੇ ਆਸਮਾਨ ਨੇ ਉਹ ਫੁੱਲਾਂ ਨੂੰ ਆਪਣੇ ਪਾਸ ਨਹੀਂ ਰੱਖਣਾ, ਉਹ ਵਾਪਸ ਤੁਹਾਡੇ ਤੇ ਆਉਣੇ ਨੇ। ਜਿਹੜੀ ਚੀਜ਼ ਤੁਸੀਂ ਦੇ ਦਿੱਤੀ ਪਿਆਰਿਓ,
ਵਕਤ ਪਾ ਕੇ ਤੁਹਾਡੇ ਕੋਲ ਆ ਜਾਣੀ ਹੈ ਔਰ ਤੁਹਾਨੂੰ ਪਤਾ ਵੀ ਨਹੀਂ ਲੱਗਣਾ। ਆ ਦੇਖੋ ਨਾ, ਆਪਾਂ ਸਾਰੇ ਕਿੰਨੇ ਪਰੇਸ਼ਾਨ ਰਹਿੰਦੇ ਆ, ਦੁਖੀ ਰਹਿੰਦੇ ਆ, ਕਲਪੇ ਰਹਿੰਦੇ ਆ ਔਰ ਕਈ ਵਾਰੀ ਇੰਨਾ ਕਲਪ ਜਾਂਦੇ ਆ ਆਪਾਂ ਰੱਬ ਨੂੰ ਉਲਾਮੇ ਦੇਣੇ ਸ਼ੁਰੂ ਕਰ ਦਿੰਦੇ ਆ, ਗਿਲੇ ਸ਼ਿਕਵੇ ਕਰਨੇ ਸ਼ੁਰੂ ਕਰ ਦਿੰਦੇ ਆ। ਰੱਬਾ, ਮੇਰੇ ਕੋਲ ਕਿਹੜਾ ਦੁੱਖਾਂ ਦੀ ਘਾਟ ਸੀ ਜਿਹੜੇ ਹੋਰ ਦੇ ਰਿਹਾ। ਪਰ ਆਪਾਂ ਇਹ ਨਹੀਂ ਸਮਝ ਰਹੇ ਵੀ ਇਹ ਦੁੱਖ ਆ ਕਿਉਂ ਰਹੇ ਨੇ, ਇਹ ਤਕਲੀਫ ਮੇਰੇ ਜੀਵਨ 'ਚ ਕਿਉਂ ਬਣ ਰਹੀ ਹੈ। ਔਰ ਪਰੇਸ਼ਾਨੀ ਵਾਲੀ ਗੱਲ ਇਹ ਹੈ ਕਿ ਜੋ ਤੁਹਾਡੇ ਕੋਲ ਹੈ ਉਹ ਤੁਸੀਂ ਅੱਗੇ ਦੇ ਰਹੇ ਹੋ। ਮੰਨ ਲਓ ਮੇਰੇ ਕੋਲ ਦੁੱਖ ਨੇ ਤੇ ਮੈਂ ਅੱਗੇ ਕੀ ਦਿਆਂਗਾ ਜੀ? ਦੁੱਖ ਦਿਆਂਗਾ। ਦੁਖੀ ਬੰਦਾ ਚਾਹ ਕੇ ਵੀ ਕਿਸੇ ਨੂੰ ਸੁੱਖ ਨਹੀਂ ਦੇ ਸਕਦਾ, ਇਹ ਗੱਲ ਨੋਟ ਕਰ ਲਓ। ਦੁਖੀ ਬੰਦਾ ਚਾਹ ਕੇ ਵੀ ਕਿਸੇ ਨੂੰ ਸੁੱਖ ਨਹੀਂ ਦੇ ਸਕਦਾ, ਕਿਉਂਕਿ ਉਹਦੇ ਕੋਲ ਕੇਵਲ ਦੁੱਖ ਨੇ। ਦੁੱਖ ਤੋਂ ਸਿਵਾ ਉਹਦੇ ਕੋਲ ਕੁਝ ਹੈ ਹੀ ਨਹੀਂ, ਦੇਗਾ ਕੀ? ਮਨਮੁਖ ਦੁੱਖ ਕਾ ਖੇਤ ਹੈ, ਦੁੱਖ ਬੀਜੈ ਦੁੱਖ ਖਾਏ। ਤੇ ਫਿਰ ਨਿਯਮ ਕੀ ਕਹਿੰਦਾ ਹੈ? ਜੋ ਤੁਸੀਂ ਦਿੱਤਾ ਹੈ ਉਹ ਵਾਪਸ ਆਉਣਾ ਹੈ। ਦਿੱਤਾ ਦੁੱਖ ਤੇ ਵਾਪਸ ਕੀ ਆਉਣਾ ਹੈ ਜੀ? ਕਈ ਗੁਣਾ ਦੁੱਖ ਵਾਪਸ ਆਏਗਾ। ਇਸੇ ਕਰਕੇ ਧਿਆਨ ਰੱਖਣਾ ਹੈ ਕਿ ਦੇਣ ਵਾਲੀ ਚੀਜ਼ ਕਿਹੜੀ ਹੈ, ਕਿਹੜੀ ਚੀਜ਼ ਆਪਾਂ ਅੱਗੇ ਸਮਾਜ ਨੂੰ ਦੇਣੀ ਹੈ, ਸੰਸਾਰ ਨੂੰ ਦੇਣੀ ਹੈ। ਦੇਖੋ ਨਾ, ਐਸੇ ਤੇ ਨਹੀਂ ਸਤਿਗੁਰੂ ਜੀ ਕਹਿੰਦੇ ਸਾਚ ਕਹੂੰ ਸੁਨ ਲਿਓ ਸਭੈ ਜਨ ਪ੍ਰੇਮ ਕਿਉ ਤਿਨ ਹੀ ਪ੍ਰਭ ਪਾਇਓ। ਰੱਬ ਦੇ ਪਿਆਰੇ ਜਿੰਨੇ ਵੀ ਸੰਸਾਰ ਰਚਾਏ, ਰਹਿਬਰ ਆਏ, ਪੈਗੰਬਰ ਆਏ, ਅਵਤਾਰ ਆਏ, ਔਲੀਏ ਆਏ, ਉਹਨਾਂ ਨੇ ਕਿਆ ਪ੍ਰੇਮ ਦਿਓ, ਪ੍ਰੇਮ ਵੰਡੋ। ਉਹਦਾ ਕਾਰਨ ਕੀ ਸੀ? ਕਿਉਂਕਿ ਜਿਹੜੀ ਚੀਜ਼ ਤੁਸੀਂ ਦੇ ਰਹੇ ਹੋ ਵਾਪਸ ਆ ਜਾਣੀ ਹੈ ਤੁਹਾਡੇ ਕੋਲ। ਨਫ਼ਰਤ ਨਾ ਕਰੋ। ਕਿਉਂ ਨਾ ਕਰੋ? ਕਿਉਂਕਿ ਜੇਕਰ ਤੁਸੀਂ ਨਫ਼ਰਤ ਦਿੱਤੀ ਤੇ ਤੁਹਾਡੇ ਕੋਲ ਵਾਪਸ ਕੀ ਆਉਣਾ ਹੈ? ਨਫ਼ਰਤ ਆਉਣੀ ਹੈ। ਅਗਰ ਤੁਸੀਂ ਕਿਸੇ ਤੇ ਕ੍ਰੋਧ ਸਿੱਟ ਦਿੱਤਾ ਤਾਂ ਵਾਪਸ ਕੀ ਆਉਣਾ ਹੈ? ਵਕਤ ਪਾ ਕੇ ਉਹ ਚੀਜ਼ ਤੁਹਾਡੇ ਕੋਲ ਵਾਪਸ ਆ ਜਾਣੀ ਹੈ। ਹੁਣ ਮਸਲਾ ਇਹ ਨਹੀਂ ਤੁਸੀਂ ਕੀ ਦੇ ਰਹੇ ਹੋ, ਮਸਲਾ ਇਹ ਹੈ ਤੁਸੀਂ ਇਕੱਠਾ ਕੀ ਕਰਦੇ ਪਏ ਹੋ। ਦੇਖੋ ਨਾ, ਦੇਣਾ ਤੁਸੀਂ ਉਹ ਹੈ ਜੋ ਤੁਹਾਡੇ ਕੋਲ ਹੈ। ਮਸਲਾ ਇੱਥੇ ਹੈ ਕਿ ਤੁਸੀਂ ਇਕੱਠਾ ਕੀ ਕਰਦੇ ਹੋ, ਤੁਹਾਡੇ ਕੋਲ ਹੈ ਕੀ ਹੈ, ਕਿਹੜੀ ਚੀਜ਼ ਦਾ ਸੰਗ੍ਰਹਿ ਤੁਸੀਂ ਕਰਕੇ ਰੱਖਿਆ ਹੋਇਆ ਹੈ, ਕਿਹੜੀ ਚੀਜ਼ ਤੁਹਾਡੇ ਕੋਲ ਬਹੁਤੀ ਹੈ। ਹੁਣ ਝਾਤੀ ਮਾਰਨੀ ਆਪਾਂ, ਸਵੈ ਪੜਚੋਲ ਕਰਨੀ ਹੈ ਆਪਾਂ ਕਿ ਸਾਡੇ ਕੋਲ ਹੈ ਕੀ ਹੈ। ਔਰ ਜਿਹੜੀ ਚੀਜ਼ ਤੁਹਾਡੇ ਕੋਲ ਹੈ ਸੁਭਾਵਿਕ ਹੈ, ਉਹ ਜਾਣੇ ਅਣਜਾਣੇ ਅੱਗੇ ਜਾਏਗੀ, ਜਾਣੀ ਹੈ। ਕਿਉਂਕਿ ਅਸੀਂ ਸਮਾਜਿਕ ਪ੍ਰਾਣੀ ਆ, ਆਦਾਨ ਪ੍ਰਦਾਨ ਜਿਹੜਾ ਨਾ ਉਹ ਚੱਲਦਾ ਰਹਿੰਦਾ ਇੱਥੇ। ਜੋ ਤੁਸੀਂ ਇਕੱਠਾ ਕੀਤਾ ਹੈ ਉਹ ਤੁਸੀਂ ਦੇਣਾ ਹੈ, ਜੋ ਤੁਸੀਂ ਦੇਣਾ ਉਹ ਫਿਰ ਵਾਪਸ ਆ ਜਾਣਾ ਤੁਹਾਡੇ ਕੋਲ, ਔਰ ਕਈ ਗੁਣਾ ਵੱਧ ਹੋ ਕੇ ਆਉਣਾ ਹੈ। ਫਿਰ ਜਦੋਂ ਹੋਰ ਤੁਹਾਡੇ ਕੋਲ ਇਕੱਠਾ ਹੋ ਗਿਆ, ਤੁਸੀਂ ਹੋਰ ਵੰਡੋਗੇ, ਫਿਰ ਉਹ ਹੋਰ ਦੁੱਗਣਾ ਹੋ ਕੇ ਆਏਗਾ। ਇਸੇ ਕਰਕੇ ਮਹਾਰਾਜ ਕਹਿੰਦੇ ਦੁਖੀ ਬੰਦਾ, ਪਰੇਸ਼ਾਨ ਬੰਦਾ ਸੰਗ੍ਰਹਿ ਬਣ ਜਾਂਦਾ ਹੈ, ਇਕੱਠ ਬਣ ਜਾਂਦਾ ਹੈ, ਔਰ ਉਹ ਚਾਹ ਕੇ ਵੀ ਫਿਰ ਇਸ ਚੀਜ਼ ਤੋਂ ਬਾਹਰ ਨਹੀਂ ਨਿਕਲ ਸਕਦਾ। ਪਿਆਰਿਓ, ਜੀਵਨ ਬੜਾ ਛੋਟਾ ਹੈ, ਕੀਮਤੀ ਹੈ। ਇੱਕ ਇੱਕ ਪਲ ਜਿਹੜਾ ਹੈ ਉਹ ਬੇਸ਼ਕੀਮਤੀ ਹੈ। ਇਸੇ ਕਰਕੇ ਨਫ਼ਰਤ ਤੇ ਕ੍ਰੋਧ ਤੇ ਈਰਸ਼ਾ, ਦਵੈਸ਼, ਡਰ, ਸ਼ੰਕੇ, ਵਹਿਮ, ਭਰਮ, ਇਹਨਾਂ 'ਚ ਆਪਣੇ ਬੇਸ਼ਕੀਮਤੀ ਪਲਾਂ ਨੂੰ ਗਵਾਓ ਨਾ, ਬਰਬਾਦ ਨਾ ਕਰੋ। ਸਵਾਰਥੀ ਹੋਣਾ ਚੰਗੀ ਗੱਲ ਹੈ। ਪਹਿਲਾਂ ਖੁਦ ਖੁਸ਼ ਰਹਿਣਾ ਸਿੱਖੋ, ਕਿਵੇਂ ਖੁਸ਼ ਰਹੀਦਾ।
ਅਗਰ ਤੁਹਾਡੇ ਚਿਹਰੇ ਤੇ ਮੁਸਕਰਾਹਟ ਹੈ ਤੇ ਤੁਸੀਂ ਦੂਜੇ ਨੂੰ ਦੇ ਸਕਦੇ ਹੋ, ਤੇ ਜੇਕਰ ਤੁਹਾਡਾ ਚਿਹਰਾ ਹੀ ਮੁਰਝਾਇਆ ਹੋਇਆ ਹੈ, ਅੱਗੇ ਕੀ ਦਿਓਗੇ? ਤੁਸੀਂ ਕਦੇ ਖਿਆਲ ਕੀਤਾ ਕਿ ਜਦੋਂ ਤੁਸੀਂ ਕਿਸੇ ਨੂੰ ਦੇਖਦੇ ਹੋ, ਜੇ ਅੱਗੋਂ ਮੁਸਕਰਾਦਾ ਹੈ ਉਹ, ਤੁਸੀਂ ਲੱਖ ਕੋਸ਼ਿਸ਼ ਕਰ ਲਿਓ, ਤੁਸੀਂ ਵੀ ਮੁਸਕਰਾਓਗੇ, ਤੁਹਾਨੂੰ ਹੱਸਣਾ ਹੀ ਪਏਗਾ, ਤੁਹਾਨੂੰ ਥੋੜਾ ਮੁਸਕਰਾਉਣਾ ਪਏਗਾ, ਭਾਵੇਂ ਕੰਗਾਲ ਤੋਂ ਕੰਗਾਲ ਬੰਦਾ ਨਾ, ਭਾਵ ਜਿਹੜਾ ਕੱਖ ਨਹੀਂ ਦੇਣ ਜੋਗਾ, ਕੰਜੂਸ ਮਾਂ ਕੰਜੂਸ ਹੈ, ਉਸ ਬੰਦੇ ਨੂੰ ਵੀ ਫਿਰ ਥੋੜੀ ਜਿਹੀ ਸਮਾਈਲ ਤੇ ਦੇਣੀ ਪੈਣੀ ਹੈ। ਅਗਰ ਤੁਸੀਂ ਕੋਈ ਮੁਰਝਾਏ ਚਿਹਰੇ ਵਾਲਾ ਦੇਖ ਲੈਂਦੇ ਹੋ, ਉਤਰੇ ਚਿਹਰੇ ਵਾਲਾ ਦੇਖ ਲੈਂਦੇ ਹੋ, ਤਾਂ ਸੁਭਾਵਿਕ ਹੈ ਤੁਹਾਨੂੰ ਦੇਖਦਿਆਂ ਸਾਰ ਹੀ ਉਹਦਾ ਪ੍ਰਭਾਵ ਤੁਹਾਡੇ ਤੇ ਪਏਗਾ, ਤੁਹਾਡਾ ਚਿਹਰਾ ਵੀ ਵੈਸਾ ਹੀ ਹੋ ਜਾਂਦਾ। ਖੁਸ਼ ਰਹੋ, ਖੁਸ਼ ਰਹੋਗੇ ਤੇ ਤੁਸੀਂ ਕਿਸੇ ਨੂੰ ਸੁੱਖ ਦੇਣ ਦੇ ਕਾਬਿਲ ਹੋ ਜਾਓਗੇ। ਅਗਰ ਤੁਸੀਂ ਖੁਦ ਹੀ ਪਰੇਸ਼ਾਨ ਰਹਿੰਦੇ ਹੋ, ਔਖਾ ਹੈ। ਘਰ ਦੇ ਅੰਦਰ ਕੋਈ ਜੀ ਤੁਹਾਡੇ ਚੋਂ, ਸਾਡੇ ਚੋਂ, ਆਪ ਪਰਿਵਾਰ ਚੋਂ ਆਪਾਂ ਦੇਖਦੇ ਹਾਂ, ਇੱਕ ਪਰੇਸ਼ਾਨ ਬੰਦਾ ਸਾਰੇ ਘਰ ਨੂੰ ਪਰੇਸ਼ਾਨ ਕਰ ਦਿੰਦਾ ਹੈ। ਨਾ ਚਾਹ ਕੇ ਵੀ ਉਹ ਪਰੇਸ਼ਾਨੀਆਂ ਵੰਡਦਾ ਰਹਿੰਦਾ ਹੈ। ਕਾਰਨ ਕੀ ਹੈ? ਕਿਉਂਕਿ ਉਹ ਪਰੇਸ਼ਾਨੀਆਂ ਦਾ ਢੇਰ ਹੈ, ਉਹ ਪਰੇਸ਼ਾਨੀਆਂ ਦਾ ਇਕੱਠ ਹੈ, ਔਰ ਉਹ ਪਰੇਸ਼ਾਨੀਆਂ ਵੰਡੇਗਾ। ਹੁਣ ਤੁਹਾਡੇ ਕੋਲ ਇਕੱਠ ਕਿਹੜੀ ਚੀਜ਼ ਦਾ ਹੁੰਦਾ ਹੈ? ਮਹਾਰਾਜ ਸਾਨੂੰ ਸਮਝਾ ਰਹੇ ਨੇ, ਲਾਗਣਾ ਲਾਗਣ ਨੀਕਾ ਗੁਰ ਚਰਨੀ ਮਨ ਲਾਗਣਾ। ਤੁਹਾਡੇ ਕੋਲ ਉਹ ਚੀਜ਼ ਦਾ ਇਕੱਠ ਹੁੰਦਾ ਹੈ ਜਿਹੜੀ ਚੀਜ਼ ਤੁਹਾਡਾ ਮਨ ਹੁੰਦਾ ਹੈ। ਧਿਆਨ ਨਾਲ ਸੁਣਿਆ ਜੀ, ਜਿਹੜੀ ਗੱਲ ਮੈਂ ਕਹਿਣਾ ਚਾਹ ਰਿਹਾ, ਉਹ ਚੀਜ਼ ਤੁਹਾਡੇ ਕੋਲ ਆਏਗੀ ਜਿਸ ਚੀਜ਼ ਵਿੱਚ ਤੁਹਾਡਾ ਮਨ ਹੈ। ਮਨ ਕਿੰਨਾ ਚ ਹੈ? ਜਿਹੜੀਆਂ ਚੀਜ਼ਾਂ ਨਾਲ ਤੁਹਾਡੀ ਪ੍ਰੀਤ ਹੈ, ਜਿਹੜੀਆਂ ਚੀਜ਼ਾਂ ਨਾਲ ਪ੍ਰੀਤ ਹੈ ਉਹ ਚੀਜ਼ਾਂ ਤੁਹਾਡੇ ਕੋਲ ਆਉਂਦੀਆਂ ਨੇ। ਤੁਸੀਂ ਕਈ ਵਾਰੀ ਕਹਿੰਦੇ ਹੋ ਨਾ ਕਿ ਆਹ ਚੀਜ਼ ਬੜੀ ਮੇਰੇ ਮਨ ਨੂੰ ਭਾਉਂਦੀ ਹੈ, ਮੇਰੇ ਮਨ ਨੂੰ ਚੰਗੀ ਲੱਗਦੀ ਹੈ। ਫਿਰ ਤੁਸੀਂ ਕਹਿੰਦੇ ਹੋ ਤੁਹਾਡੇ ਨਾਲ ਗੱਲ ਕਰਨਾ ਚੰਗਾ ਲੱਗਦਾ ਮੈਨੂੰ, ਤੁਹਾਡੇ ਕੋਲ ਬੈਠਣਾ ਚੰਗਾ ਲੱਗਦਾ ਮੈਨੂੰ, ਜਾਂ ਫਲਾਣੀ ਚੀਜ਼ ਜਦੋਂ ਮੇਰੇ ਕੋਲ ਹੋਵੇ ਤੇ ਮੈਨੂੰ ਚੰਗਾ ਲੱਗਦਾ ਹੈ, ਮੇਰੇ ਮਨ ਨੂੰ ਚੰਗੀ ਚੀਜ਼ ਲੱਗਦੀ ਹੈ। ਜਿਹੜੀ ਚੀਜ਼ ਤੁਹਾਨੂੰ ਚੰਗੀ ਲੱਗਦੀ ਹੈ ਪਿਆਰਿਓ, ਉਹ ਚੀਜ਼ ਜਿਹੜੀ ਹੈ ਉਹਦਾ ਤੁਸੀਂ ਇਕੱਠ ਕਰੋਗੇ, ਉਹਦਾ ਤੁਸੀਂ ਸੰਗ੍ਰਹਿ ਕਰੋਗੇ। ਹੁਣ ਜਿਹੜੀ ਚੀਜ਼ ਮਨ ਨਹੀਂ ਲੱਗਦਾ ਤੁਹਾਡਾ, ਜਿਹੜੀ ਚੀਜ਼ ਤੁਹਾਡਾ ਮਨ ਹੀ ਨਹੀਂ ਲੱਗਦਾ, ਇਹਦਾ ਅਰਥ ਹੈ ਉਹ ਚੀਜ਼ ਤੁਹਾਡੇ ਪਾਸ ਨਹੀਂ ਆਏਗੀ, ਤੁਸੀਂ ਉਹਨੂੰ ਇਕੱਠਾ ਨਹੀਂ ਕਰੋਗੇ। ਮਨ ਕਿਹਦੇ ਚ ਲੱਗਦਾ? ਮਹਾਰਾਜ ਕਹਿੰਦੇ ਇਹ ਹੁਣ ਆਪਾਂ ਦੇਖਣਾ ਹੈ। ਹਰੇਕ ਬੰਦੇ ਦੀ ਚੁਆਇਸ ਅਲੱਗ-ਅਲੱਗ ਹੁੰਦੀ ਹੈ, ਹਰ ਇੱਕ ਬੰਦੇ ਦੀ ਪ੍ਰੀਤ ਅਲੱਗ-ਅਲੱਗ ਹੁੰਦੀ ਹੈ। ਜਿਹੜੀ ਚੀਜ਼ ਤੁਹਾਡੀ ਪ੍ਰੀਤ ਹੈ ਉਹਦੇ 'ਚ ਤੁਹਾਡਾ ਮਨ ਹੈ, ਜਿਹਦੇ 'ਚ ਮਨ ਹੈ ਉਹਦੇ 'ਚ ਤੁਹਾਡੀ ਪ੍ਰੀਤ ਹੈ। ਅੱਜ ਤੁਹਾਡੇ ਕੋਲ ਧਨ ਦੌਲਤ ਹੈ, ਇਹਦਾ ਅਰਥ ਹੈ ਕਿ ਤੁਹਾਡੀ ਧਨ ਨਾਲ ਪ੍ਰੀਤ ਸੀ ਜਾਂ ਹੈ। ਅੱਜ ਤੁਹਾਡੇ ਕੋਲ ਬੜੀ ਉੱਚੀ ਪਦਵੀ ਹੈ, ਅਹੁਦਾ ਹੈ, ਤਾਂ ਇਹਦਾ ਇੱਕ ਹੀ ਅਰਥ ਹੈ ਕਿ ਕਦੀ ਨਾ ਕਦੀ ਉਸ ਅਹੁਦੇ ਨਾਲ, ਉਸ ਪਦਵੀ ਨਾਲ ਤੁਹਾਡੀ ਪ੍ਰੀਤ ਰਹੀ ਹੋਏਗੀ। ਅੱਜ ਤੁਹਾਡੇ ਕੋਲ ਹੈ, ਤੁਹਾਡੇ ਕੋਲ ਦੁਨੀਆ ਦਾ ਮਾਣ ਹੈ, ਸਤਿਕਾਰ ਹੈ, ਕਦੀ ਨਾ ਕਦੀ ਤੁਹਾਡੇ ਮਨ 'ਚ ਚੀਜ਼ ਰਹੀ ਹੋਏਗੀ ਕਿ ਲੋਕ ਮੇਰੀ ਵਡਿਆਈ ਕਰਨ, ਮੇਰਾ ਜਸ ਹੋਵੇ। ਅੱਜ ਤੁਹਾਡੇ ਕੋਲ ਹੈ, ਅੱਜ ਨਹੀਂ ਤੇ ਕੱਲ ਆ ਜਾਏਗਾ। ਜੋ ਤੁਹਾਡੇ ਕੋਲ ਹੈ ਸਿਰਫ ਇੱਕੋ ਚੀਜ਼ ਦਾ ਉਹ ਸੰਕੇਤ ਦਿੰਦਾ ਹੈ ਕਿ ਉਹਦੇ ਨਾਲ ਤੁਹਾਡੀ ਪ੍ਰੀਤ ਰਹੀ ਹੈ, ਉਹਦੇ ਨਾਲ ਤੁਹਾਡਾ ਮੋਹ ਰਿਹਾ ਹੈ, ਉਹਦੇ ਨਾਲ ਤੁਹਾਡਾ ਲਗਾਵ ਰਿਹਾ ਹੈ, ਉਹਦੇ 'ਚ ਤੁਹਾਡਾ ਮਨ ਲੱਗਦਾ ਹੈ, ਇਸੇ ਕਰਕੇ ਉਹ ਚੀਜ਼ ਤੁਹਾਡੇ ਕੋਲ ਆ ਗਈ ਹੈ। ਜਿਹੜੀ ਚੀਜ਼ 'ਚ ਮਨ ਹੀ ਨਹੀਂ ਲੱਗਦਾ, ਰੱਬ ਦੀ ਇਬਾਦਤ ਬੰਦਗੀ ਭਗਤੀ 'ਚ ਮਨ ਨਹੀਂ ਲੱਗਦਾ, ਇਹਦਾ ਅਰਥ ਹੈ ਤੁਹਾਡੀ ਪ੍ਰੀਤ ਅਜੇ ਨਹੀਂ ਹੈ, ਅਜੇ ਤੁਹਾਡਾ ਪ੍ਰੇਮ ਉਸ ਪਾਸੇ ਨਹੀਂ ਹੈਗਾ, ਅਜੇ ਤੁਹਾਡੀ ਪ੍ਰੀਤ ਨਹੀਂ ਹੈਗੀ, ਇਸ ਕਰਕੇ ਮਨ ਵੀ ਨਹੀਂ ਲੱਗਦਾ। ਜਿਹੜੀ ਜਿਹੜੀ ਚੀਜ਼ 'ਚ ਪ੍ਰੀਤ ਹੈ ਉਹਦੇ 'ਚ ਮਨ ਟਿਕੇਗਾ, ਉਹਦੇ 'ਚ ਮਨ ਲੱਗੇਗਾ। ਪਿਆਰਿਓ, ਜਿਹਦੇ 'ਚ ਪ੍ਰੀਤ ਨਹੀਂ ਹੈਗੀ
ਮਨ ਨਹੀਂ ਲੱਗੇਗਾ। ਚੋਰ ਨੂੰ ਚੋਰੀ ਕਰਨੀ ਚੰਗੀ ਲੱਗਦੀ ਹੈ, ਮਨ ਲੱਗਦਾ ਉਹਦੇ 'ਚ। ਅਮਲੀ ਨੂੰ ਅਮਲ ਚੰਗਾ ਲੱਗਦਾ, ਮਨ ਲੱਗਦਾ ਉਹਦੇ 'ਚ। ਚੋਰ ਕਰਨ ਨਿਤ ਚੋਰੀਆਂ, ਅਮਲੀ ਨੂੰ ਅਮਲਾਂ ਦੀਆਂ ਘੋੜੀਆਂ, ਕਾਮੀ ਨੂੰ ਚਿੰਤਾ ਕਾਮ ਦੀ, ਆਸਾਂ ਨੂੰ ਤਲਬ ਸਾਈਂ ਦੇ ਨਾਮ ਦੀ। ਅਮਲੀ ਦਾ ਧਿਆਨ ਅਮਲ 'ਚ ਹੈ ਕਿਉਂਕਿ ਉਹਦੀ ਪ੍ਰੀਤ ਅਮਲ ਹੈ। ਚੋਰ ਦਾ ਧਿਆਨ ਚੋਰੀ 'ਚ ਹੈ ਕਿਉਂਕਿ ਉਹਦੀ ਪ੍ਰੀਤ ਚੋਰੀ 'ਚ ਹੈ। ਇਸੇ ਤਰ੍ਹਾਂ ਸੱਜਣ ਕਹਿੰਦਾ ਕਿ ਸਾਨੂੰ ਤਲਬ ਸਾਈਂ ਦੇ ਨਾਮ ਦੀ, ਜਿਨ੍ਹਾਂ ਦੀ ਪ੍ਰੀਤ ਹੈ ਅਕਾਲ ਪੁਰਖ ਦੇ ਨਾਲ, ਉਹਨਾਂ ਦਾ ਮਨ ਲੱਗਦਾ ਹੈ। ਉਹਨੇ ਹੀ ਸੁਖਾਲਾ ਹੈ ਜਿੰਨਾ ਸਿਨੇਮਾ ਹਾਲ ਦੇ ਅੰਦਰ ਸਾਡਾ ਮਨ ਲੱਗਦਾ। ਉਹਨੇ ਹੀ ਸੁਖਾਲਾ ਹੈ ਜੈਸੇ ਜੀ 4-5 ਮਿੱਤਰ ਇਕੱਠੇ ਬੈਠੇ ਹੋਈਏ, ਹਾਸਾ ਠੱਠਾ ਕਰਦੇ ਹੋਈਏ, ਬੜਾ ਮਨ ਲੱਗਦਾ। ਭਾਵੇਂ 5 ਮਿੰਟ 10 ਮਿੰਟ 15 ਮਿੰਟ 20 ਮਿੰਟ ਬੈਠੇ ਰਹੀਏ, ਬੜਾ ਧਿਆਨ ਲੱਗਦਾ। ਟੀਵੀ ਦੇ ਸੈੱਟ ਦੇ ਸਾਹਮਣੇ ਬੈਠੇ ਹੋਈਏ, ਬੜਾ ਮਨ ਲੱਗਦਾ ਹੈ। ਮੋਬਾਈਲ ਸਾਡੇ ਸਾਹਮਣੇ ਹੈ ਤਾਂ ਅਸੀਂ ਭਾਵੇਂ 1.5 ਘੰਟਾ ਹੱਥ ਮਾਰਦੇ ਰਹੀਏ, ਮਨ ਲੱਗਦਾ ਨਾ। ਕਿਹੜਾ ਸੱਜਣ ਐਸਾ ਹੈ ਜਿਹੜਾ ਇਹ ਗੱਲ ਕਹਿੰਦਾ ਕਿ ਸੋਸ਼ਲ ਮੀਡੀਆ ਤੇ ਮੇਰਾ ਮਨ ਨਹੀਂ ਲੱਗਦਾ, ਜਦੋਂ ਮੈਂ ਫੇਸਬੁੱਕ ਚਲਾਉਣਾ ਮੇਰਾ ਮਨ ਬੜਾ ਦਿੱਕਤ ਹੋ ਜਾਂਦੀ ਮੈਨੂੰ? ਐਸਾ ਹੈ? ਕੋਈ ਵੀ ਸੱਜਣ ਐਸਾ ਨਹੀਂ ਹੋਏਗਾ ਜਿਹੜਾ ਇਹ ਗੱਲ ਕਹਿੰਦਾ ਹੋਵੇ ਜਦੋਂ ਮੈਂ WhatsApp ਤੇ ਹੋਵਾਂ ਜਾਂ YouTube ਤੇ ਹੋਵਾਂ ਤਾਂ ਮੇਰਾ ਮਨ ਨਹੀਂ ਲੱਗਦਾ, ਫਿਰ ਬੇਚੈਨੀ ਹੁੰਦੀ ਹੈ। ਹਾਲਾਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹਦੇ ਨਾਲ ਤੁਹਾਡਾ ਨੁਕਸਾਨ ਹੁੰਦਾ ਹੈ, ਤੁਹਾਡੇ ਸਮੇਂ ਦੀ ਬਰਬਾਦੀ ਹੁੰਦੀ ਹੈ, ਤੁਹਾਡੀ એનર્ਜੀ ਵੇਸਟ ਹੁੰਦੀ ਹੈ, ਪਰ ਫਿਰ ਵੀ ਮਨ ਲੱਗਦਾ। ਤੇ ਜੇਕਰ ਆਪਾਂ ਸਟੂਡੈਂਟ ਲਾਈਫ 'ਚ ਆ ਤਾਂ ਕਿਤਾਬ ਸਾਡੇ ਸਾਹਮਣੇ ਹੋਵੇ ਤੇ ਸਾਡਾ ਮਨ ਨਹੀਂ ਲੱਗਦਾ। ਬਹੁਤ ਮਾਪਿਓ ਨੇ ਜਿਹੜੇ ਗਿਲਾ ਕਰਦੇ, ਕਹਿੰਦੇ ਸਾਡੇ ਬੱਚੇ ਦਾ ਤੇ ਮਨ ਨਹੀਂ ਲੱਗਦਾ ਪੜ੍ਹਾਈ 'ਚ। ਬੱਚੇ ਵੀ ਕਹਿੰਦੇ ਸਾਡਾ ਮਨ ਨਹੀਂ ਲੱਗਦਾ ਜੀ ਪੜ੍ਹਨ 'ਚ। ਹੁਣ ਮਨ ਕਿੱਥੋਂ ਲੱਗੇ? ਕਿਉਂਕਿ ਜਿਹੜੀ ਚੀਜ਼ ਨਾਲ ਤੁਹਾਡੀ ਪ੍ਰੀਤ ਨਹੀਂ ਹੈਗੀ ਉੱਥੇ ਮਨ ਕਤਈ ਵੀ ਨਹੀਂ ਲੱਗੇਗਾ। ਜਿਹੜਾ ਤੁਹਾਡਾ ਲਗਾਵ ਹੀ ਨਹੀਂ ਹੈਗਾ, ਮਨ ਕਿਵੇਂ ਲੱਗੇਗਾ ਉੱਥੇ? ਜਿਸ 'ਚ ਤੁਹਾਡੀ ਪ੍ਰੀਤ ਹੈ, ਉਸ ਚੀਜ਼ 'ਚ ਤੁਹਾਡਾ ਮਨ ਹੈ, ਉਸੇ ਚੀਜ਼ ਤੁਹਾਡਾ ਮਨ ਲੱਗੇਗਾ, ਬਾਕੀ ਚੀਜ਼ਾਂ 'ਚ ਨਹੀਂ ਲੱਗੇਗਾ। ਆ ਦੇਖੋ ਨਾ, ਚੰਗਾ ਪਹਿਰਦੇ ਆ, ਜਦੋਂ ਪਹਿਰਦੇ ਆ ਬੜਾ ਚੰਗਾ ਲੱਗਦਾ ਹੈ, ਚੰਗਾ ਖਾਂਦੇ ਆ ਬੜਾ ਚੰਗਾ ਲੱਗਦਾ ਹੈ, ਬੜਾ ਮਨ ਲੱਗਦਾ ਹੈ, ਕਿਉਂਕਿ ਪਹਿਰਨ 'ਚ ਪ੍ਰੀਤ ਹੈ, ਸੋਹਣਾ ਦਿਸਣ 'ਚ ਪ੍ਰੀਤ ਹੈ। ਦਿਸਣਾ ਮਾੜੀ ਗੱਲ ਨਹੀਂ ਹੈ, ਚੰਗਾ ਪਹਿਰਨਾ ਮਾੜੀ ਗੱਲ ਨਹੀਂ ਹੈ, ਚੰਗਾ ਖਾਣਾ ਮਾੜੀ ਗੱਲ ਨਹੀਂ ਹੈ। ਪਰ ਗੁਰਮੁਖ ਪਿਆਰਿਓ, ਥੋੜਾ ਜਿਹਾ ਸਾਨੂੰ ਇਸ ਚੀਜ਼ ਤੋਂ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਮਨ ਤੇ ਲੱਗਦਾ ਹੈ। ਐਸੀ ਗੱਲ ਨਹੀਂ ਹੈਗੀ ਕਿ ਮਨ ਕਿਤੇ ਲੱਗਦਾ ਹੀ ਨਹੀਂ ਹੈ, ਮਨ ਤੇ ਲੱਗਦਾ ਹੈ, ਪਰ ਲੱਗਦਾ ਉੱਥੇ ਹੈ ਜਿੱਥੇ ਅਸੀਂ ਲਾਣਾ ਚਾਹੁੰਦੇ ਹਾਂ। ਐਸਾ ਕਦੇ ਹੀ ਨਹੀਂ ਹੁੰਦਾ ਕਿ ਮਨ ਸਦਾ ਹੀ ਭਟਕਦਾ ਰਹਿੰਦਾ, ਸਦਾ ਹੀ ਦੌੜਦਾ ਰਹਿੰਦਾ, ਨਾ, ਸਦਾ ਨਹੀਂ ਦੌੜਦਾ। ਸਿਰਫ ਉੱਥੇ ਦੌੜਦਾ ਜਿੱਥੇ ਅਸੀਂ ਦੌੜਾਣਾ ਚਾਹੁੰਦੇ ਹਾਂ ਜਾਂ ਜਿੱਥੇ ਸਾਡਾ ਮਨ ਲੱਗਦਾ ਨਹੀਂ ਹੈ। ਇਕੱਠ ਉਹੀ ਹੋਏਗਾ। ਦੇਖੋ ਨਾ, ਵੈਰ ਨਾਲ ਸਾਡਾ ਕਿੰਨਾ ਪ੍ਰੇਮ ਹੈ। ਕਿਸੇ ਨਾਲ ਸਾਡਾ ਵੈਰ ਹੋਵੇ, ਅਸੀਂ ਉਹਨੂੰ 5-5 ਸਾਲ 10-10 ਸਾਲ ਸੰਭਾਲੀ ਰੱਖਦੇ ਹਾਂ, ਹੈ ਕਿ ਨਹੀਂ ਪ੍ਰੀਤ? ਉਹਨੂੰ ਇਕੱਠਾ ਕਰਦੇ ਹਾਂ, ਉਹਨੂੰ ਪਾਲਦੇ ਪੋਸਦੇ ਹਾਂ, ਉਹਨੂੰ ਪਾਣੀ ਦਿੰਦੇ ਹਾਂ ਵੀ ਤੂੰ ਵੱਡਾ ਹੋ। ਹੋਰ ਨਫ਼ਰਤ ਨਾਲ ਸਾਡੀ ਕਿੰਨੀ ਪ੍ਰੀਤ ਹੈ। ਨਫ਼ਰਤ ਦਾ ਵੀ ਆਪਣਾ ਅਲੱਗ ਹੀ ਮਜ਼ਾ ਹੁੰਦਾ ਨਾ। ਕਿਸੇ ਨਾਲ ਨਫ਼ਰਤ ਆਪਾਂ ਕਰਦੇ ਹਾਂ, ਉਹਦੇ 'ਚ ਸਾਡਾ ਮਨ ਹੈ, ਇਕੱਠਾ ਕਰਦੇ ਹਾਂ। ਜਿਹੜੀ ਚੀਜ਼ ਤੁਹਾਡੀ ਪ੍ਰੀਤ ਹੈ, ਤੁਹਾਡਾ ਮੋਹ ਹੈ, ਪਿਆਰਿਓ, ਉਹ ਚੀਜ਼ ਤੁਹਾਡੇ ਕੋਲ ਆਵੇਗੀ। ਤੇ ਮੈਂ ਬੇਨਤੀ ਕਰ ਰਿਹਾ ਸੀ ਕਿ ਜੋ ਤੁਹਾਡੇ ਕੋਲ ਹੈ ਤੁਸੀਂ ਅੱਗੇ ਦੇਣਾ ਹੈ, ਔਰ ਜੋ ਤੁਸੀਂ ਦੇ ਦਿੱਤਾ ਉਹ ਤੁਹਾਡੇ ਕੋਲ ਵਾਪਸ ਆਉਣਾ ਹੈ। ਅੱਜ ਤੁਸੀਂ ਮੁਸਕਰਾ ਰਹੇ ਹੋ, ਹੱਸ ਰਹੇ ਹੋ, ਇਹਦਾ ਅਰਥ ਹੈ ਕਦੀ ਤੁਸੀਂ ਕਿਸੇ ਨੂੰ ਮੁਸਕਰਾਹਟ ਦਿੱਤੀ ਸੀ। ਅੱਜ ਤੁਸੀਂ ਰੋ ਰਹੇ ਹੋ, ਇਹਦਾ ਅਰਥ ਹੈ ਕਦੀ ਨਾ ਕਦੀ ਤੁਸੀਂ ਕਿਸੇ ਦਾ ਕਾਰਨ ਰਹੇ ਹੋਗੇ, ਕਿਸੇ ਨੂੰ ਰਵਾਉਣ ਦਾ, ਰੋ ਰਹੇ ਹੋ। ਤੋ ਇਸੇ ਕਰਕੇ ਪਿਆਰਿਓ, ਉਹ ਚੀਜ਼ ਕਤਈ ਨਾ ਦਿਓ ਜੋ ਵਾਪਸ ਆਵੇ ਤੇ ਤੁਹਾਨੂੰ ਪਰੇਸ਼ਾਨ ਕਰੇ। ਪਰ ਦਿਓਗੇ ਕਿਵੇਂ ਨਾ? ਫੁੱਲ ਹੈ, ਉਹ ਸੁਗੰਧ ਦੇ ਨਾਲ ਭਰ ਜਾਂਦਾ ਹੈ,
ਉਹ ਲੱਖ ਕੋਸ਼ਿਸ਼ ਕਰੇ ਮੈਂ ਸੁਗੰਧੀ ਨਹੀਂ ਦੇਣੀ ਕਿਸੇ ਨੂੰ, ਕੀ ਐਸਾ ਹੋ ਸਕਦਾ? ਉਹ ਸੁਗੰਧੀ ਦੇ ਨਹੀਂ ਰਿਹਾ, ਉਹਦੇ ਚੋਂ ਡੁੱਲ ਰਹੀ ਹੈ। ਮਾੜਾ ਬੰਦਾ, ਖੋਟਾ ਬੰਦਾ ਕਈ ਵਾਰੀ ਖੋਟਾ ਨਹੀਂ ਕਰਨਾ ਚਾਹੁੰਦਾ, ਪਰ ਉਹ ਇੰਨਾ ਖੋਟੇਪਨ ਨਾਲ ਭਰ ਜਾਂਦਾ ਹੈ, ਉਹਦੇ ਚੋਂ ਖੋਟਾਪਨ ਡੁੱਲਣਾ ਸ਼ੁਰੂ ਹੋ ਜਾਂਦਾ। ਕਈ ਵਾਰ ਬੁਰਾ ਨਹੀਂ ਕਰਨਾ ਚਾਹੁੰਦਾ, ਪਰ ਹੁਣ ਇੰਨਾ ਭਰ ਗਿਆ ਹੈ, ਇੰਨਾ ਭਰ ਗਿਆ ਹੈ ਕਿ ਹੁਣ ਉਹਦੇ ਚੋਂ ਬੁਰਾਪਨ ਡੁੱਲਣਾ ਸ਼ੁਰੂ ਹੋ ਜਾਂਦਾ ਹੈ। ਪਰ ਹੁਣ ਕੁਦਰਤੀ ਨਿਯਮ ਇਹ ਕਹਿੰਦਾ ਹੈ ਕਿ ਭਾਵੇਂ ਡੁੱਲੇ ਤੇ ਭਾਵੇਂ ਤੁਸੀਂ ਦਿਓ, ਉਹ ਫਿਰ ਤੁਹਾਡੇ ਕੋਲ ਆ ਜਾਣਾ। ਦਿੱਤਾ ਲਈਏ ਆਪਣਾ, ਅਣ ਦਿੱਤਾ ਕਛ ਹੱਥ ਨਾ ਆਵੇ। ਜੋ ਤੁਸੀਂ ਦਿੰਦੇ ਹੋ ਤੁਹਾਨੂੰ ਵਾਪਸ ਆ ਜਾਂਦਾ ਤੁਹਾਡੇ ਕੋਲ। ਤੋ ਇਸੇ ਕਰਕੇ ਪਿਆਰਿਓ, ਇਹ ਕੋਸ਼ਿਸ਼ ਕਰੋ ਕਿ ਐਸਾ ਕੁਝ ਵੀ ਨਾ ਦਈਏ, ਐਸਾ ਕੁਝ ਵੀ ਵੰਡੀਏ ਨਾ, ਜਿਹਦੇ ਨਾਲ ਕੱਲ ਨੂੰ ਜਦੋਂ ਵਾਪਸ ਸਾਡੇ ਕੋਲ ਪਰਤੇ ਤੇ ਫਿਰ ਸਾਨੂੰ ਤਕਲੀਫ ਹੋਵੇ, ਸਾਨੂੰ ਦੁੱਖ ਸਹਾਰਨਾ ਪਏ। ਤੋ ਮਸਲਾ ਇਹ ਨਹੀਂ ਤੁਸੀਂ ਕੀ ਦੇ ਰਹੇ ਹੋ, ਮਸਲਾ ਸਿਰਫ ਇਹ ਹੈ ਤੁਸੀਂ ਇਕੱਠਾ ਕੀ ਕਰਦੇ ਪਏ ਹੋ। ਪ੍ਰੇਮ ਇਕੱਠਾ ਕਰਦੇ ਪਏ ਹੋ, ਬੰਦਗੀ ਇਬਾਦਤ ਇਕੱਠੀ ਕਰਦੇ ਹੋ, ਭਲਾ ਲੋਕਾਂ ਦਾ ਕਰਕੇ ਚੰਗੀਆਂ ਅਸੀਸਾਂ ਇਕੱਠੀਆਂ ਕਰਦੇ ਪਏ ਹੋ। ਜਿਹੜੀ ਚੀਜ਼ ਤੁਹਾਡੇ ਕੋਲ ਇਕੱਠੀ ਹੋਵੇਗੀ ਉਹੀ ਤੁਸੀਂ ਦੇਣੀ ਹੈ, ਤੇ ਜਿਹੜੀ ਚੀਜ਼ ਤੁਹਾਡੇ ਕੋਲ ਕਦੀ ਇਕੱਠੀ ਹੋਈ ਨਹੀਂ, ਮਹਾਰਾਜ ਜੀ ਕਹਿੰਦੇ ਜਿਸ ਕਾ ਸਾਹਿਬ ਨੰਗਾ ਭੁੱਖਾ ਹੋਵੇ ਤਿਸ ਦਾ ਨਫਰ ਕਿੱਥੋਂ ਰੱਜ ਖਾਏ। ਜੇ ਸਾਹਿਬ ਕਾ ਹੱਥ ਵੱਧ ਹੋਵੇ ਸੋ ਨਫਰ ਹੱਥ ਆਵੇ, ਅਨਹੋਂਦੀ ਕਿੱਥੋਂ ਪਾਏ। ਜੇ ਮਾਲਕ ਕੋਲ ਕੁਝ ਹੈ ਤੇ ਨੌਕਰ ਕੋਲ ਜਾਏਗਾ ਨਾ, ਤੇ ਜੇਕਰ ਮਾਲਕ ਆਪ ਹੀ ਨੰਗਾ ਭੁੱਖਾ ਹੈ ਤੇ ਨੌਕਰ ਕੋਲ ਕਿੱਥੇ ਜਾਏਗਾ। ਇਸੇ ਤਰ੍ਹਾਂ ਪਿਆਰਿਓ, ਅਸੀਂ ਕਈ ਵਾਰੀ ਨਾ ਸੁਣਿਆ ਹੋਣਾ ਤੁਸੀਂ ਕਈ ਸੱਜਣਾ ਤੋਂ, ਉਹ ਕਹਿੰਦਾ ਮੈਂ ਤੇ ਉਹਦਾ ਭਲਾ ਕਰਨ ਗਿਆ ਸੀ, ਹੁਣ ਮੈਨੂੰ ਕੀ ਪਤਾ ਵੀ ਕੰਮ ਵਿਗੜ ਹੀ ਜਾਣਾ। ਹੁਣ ਬਹੁਤੇ ਬੰਦੇ ਐਸੇ ਹੁੰਦੇ ਨੇ, ਉਹਨਾਂ 'ਚ ਇੰਨਾ ਵਿਗਾੜ ਭਰਿਆ ਹੁੰਦਾ, ਉਹ ਕਿਸੇ ਦਾ ਭਲਾ ਵੀ ਕਰਨ ਜਾਣਾ ਤੇ ਬੁਰਾ ਕਰ ਆਉਂਦੇ ਨੇ। ਉਹਨਾਂ ਵਿਚਾਰਿਆਂ ਨੂੰ ਖੁਦ ਨਹੀਂ ਪਤਾ ਲੱਗਦਾ ਕਿ ਮੈਂ ਤੇ ਭਲਾ ਕਰਨ ਗਿਆ ਸੀ ਤੇ ਬੁਰਾ ਕੈਸੇ ਹੋ ਗਿਆ, ਕਿਉਂਕਿ ਭਲੇ ਵਾਲਾ ਚੈਪਟਰ ਹੀ ਉਹਨਾਂ ਦੀ ਲਾਈਫ 'ਚ ਨਹੀਂ ਹੈਗਾ। ਕੋਈ ਐਸਾ ਕੁਝ ਇਕੱਠਾ ਹੀ ਨਹੀਂ ਕੀਤਾ, ਇਕੱਠਾ ਹੀ ਨਫ਼ਰਤ, ਈਰਸ਼ਾ, ਦਵੈਸ਼, ਵਿਕਾਰ, ਵਾਸ਼ਨਾਵਾਂ ਨੂੰ ਕਰਦੇ ਰਹਿਣਾ। ਤੋ ਧਿਆਨ ਕਿੱਥੇ ਲੱਗਦਾ ਹੈ? ਧਿਆਨ ਰੱਖੋ, ਧਿਆਨ ਸਾਡਾ ਲੱਗਦਾ ਹੈ, ਪਰ ਲੱਗਦਾ ਕਿੱਥੇ ਹੈ ਉਹਦੇ ਵੱਲ ਵੀ ਧਿਆਨ ਰੱਖੋ। ਐਸਾ ਨਹੀਂ ਹੈ ਕਤਈ ਵੀ ਸਾਡਾ ਧਿਆਨ ਲੱਗਦਾ ਹੀ ਨਹੀਂ ਹੈਗਾ। ਮਹਾਰਾਜ ਕਹਿੰਦੇ ਲਾਗਣਾ ਲਾਗਣ ਨੀਕਾ ਗੁਰ ਚਰਨੀ ਮਨ ਲਾਗਣਾ। ਕਹਿੰਦੇ ਮਨ ਲੱਗੇ ਤੇ ਗੁਰੂ ਦੇ ਚਰਨਾਂ 'ਚ ਲੱਗੇ, ਮਨ ਲੱਗੇ ਤੇ ਅਕਾਲ ਪੁਰਖ ਦੀ ਇਬਾਦਤ 'ਚ ਲੱਗੇ, ਮਨ ਲੱਗੇ ਤੇ ਉਹਦੀ ਬੰਦਗੀ 'ਚ ਲੱਗੇ, ਮਨ ਲੱਗੇ ਹਰੀ ਜਸ ਕੀਰਤਨ 'ਚ ਲੱਗੇ, ਗੁਰਬਾਣੀ ਪੜ੍ਹਦਿਆਂ ਤੁਹਾਡਾ ਮਨ ਲੱਗੇ। ਤੇ ਜਦੋਂ ਤੁਹਾਡਾ ਮਨ ਲੱਗੇਗਾ ਤੇ ਪਿਆਰਿਓ, ਉਹ ਚੀਜ਼ ਤੁਹਾਡੇ ਕੋਲ ਇਕੱਠੀ ਹੋਣੀ ਸ਼ੁਰੂ ਹੋ ਜਾਏਗੀ। ਔਰ ਜਦੋਂ ਤੁਹਾਡੇ ਕੋਲ ਇਕੱਠੀ ਹੋਣੀ ਸ਼ੁਰੂ ਹੋ ਗਈ, ਇੱਕ ਖਜ਼ਾਨਾ ਤੁਹਾਡੇ ਕੋਲ ਇਕੱਠਾ ਹੋ ਜਾਏਗਾ। ਔਰ ਜਿਹੜੀ ਚੀਜ਼ ਤੁਸੀਂ ਇਕੱਠੀ ਕਰ ਲਈ, ਉਹ ਵਕਤ ਪਾ ਕੇ ਆਪਣੇ ਆਪ ਫੁੱਲ ਦੀ ਤਰ੍ਹਾਂ, ਜੈਸੇ ਫੁੱਲ ਸੁਗੰਧੀ ਨਾਲ ਭਰ ਜਾਂਦਾ, ਫਿਰ ਉਹਦੇ 'ਚ ਸੁਗੰਧੀ ਡੁੱਲਣੀ ਸ਼ੁਰੂ ਹੋ ਜਾਂਦੀ, ਤੁਹਾਡੇ 'ਚ ਡੁੱਲਣਾ ਸ਼ੁਰੂ ਹੋ ਜਾਏਗਾ। ਤੋ ਐਸਾ ਕਦੇ ਵੀ ਨਹੀਂ ਹੁੰਦਾ ਕਿ ਮਨ ਨਹੀਂ ਲੱਗਦਾ, ਮਨ ਲੱਗਦਾ ਹੈ, ਬਹੁਤ ਥਾਵਾਂ ਤੇ ਲੱਗਦਾ ਹੈ। ਔਰ ਤੁਸੀਂ ਸਵੇਰ ਤੋਂ ਸ਼ਾਮ ਤੱਕ ਜੇਕਰ ਆਪਣੇ ਜੀਵਨ ਨੂੰ ਧਿਆਨ ਨਾਲ ਜੀਂਦੇ ਹੋ ਤਾਂ ਤੁਹਾਨੂੰ ਆਸਾਨੀ ਨਾਲ ਹੀ ਪਤਾ ਲੱਗ ਜਾਏਗਾ ਤੁਹਾਡਾ ਮਨ ਕਿੱਥੇ ਲੱਗਦਾ ਹੈ। ਜਿੱਥੇ ਲੱਗਦਾ ਤੁਹਾਡਾ ਮਨ, ਉਹੀ ਚੀਜ਼ ਤੁਹਾਡੇ ਕੋਲ ਭਰਪੂਰ ਮਾਤਰਾ 'ਚ ਹੋਏਗੀ, ਵੱਡੀ ਮਾਤਰਾ 'ਚ ਹੋਏਗੀ। ਬਸ ਇੱਧਰ ਧਿਆਨ ਦੇਣਾ ਹੈ ਕਿ ਸਾਡਾ ਧਿਆਨ ਕਿੱਥੇ ਲੱਗਦਾ ਹੈ। ਹੁਣ ਤੁਸੀਂ ਦੇਖਣਾ ਹੈ ਆਪੋ ਆਪਣੇ ਅੰਦਰ ਝਾਤੀ ਮਾਰ ਕੇ, ਮੇਰਾ ਮਨ ਕਿੱਥੇ ਲੱਗਦਾ ਹੈ। ਪੁੱਛਣਾ ਆਪਣੇ ਆਪ ਤੋਂ। ਔਰ ਕਈ ਵਾਰੀ ਸਾਨੂੰ ਪੁੱਛਿਆ ਜਾਂਦਾ ਹੈ ਤੁਹਾਨੂੰ ਕੀ ਕਰਨਾ ਪਸੰਦ ਹੈ, ਪੁੱਛ ਦੇਣ ਨਾ ਕਈ ਸੱਜਣ।
ਤਾਂ ਤੁਸੀਂ ਦੱਸ ਦਿਓ ਕਿ ਮੈਨੂੰ ਆਹ ਚੀਜ਼ ਕਰਨੀ ਪਸੰਦ ਹੈ, ਤੁਹਾਨੂੰ ਕੀ ਪਾਉਣਾ ਪਸੰਦ ਹੈ, ਮੈਨੂੰ ਆਹ ਪਾਉਣਾ ਪਸੰਦ ਹੈ, ਤੁਹਾਨੂੰ ਕੀ ਖਾਣਾ ਪਸੰਦ ਹੈ, ਮੈਨੂੰ ਆਹ ਖਾਣਾ ਪਸੰਦ ਹੈ। ਪਸੰਦ ਮੀਨ ਉਹ ਚੀਜ਼ਾਂ 'ਚ ਤੁਹਾਡਾ ਮਨ ਹੈ, ਉਹਨਾਂ ਚੀਜ਼ਾਂ 'ਚ ਤੁਹਾਡਾ ਮਨ ਲੱਗਦਾ ਹੈ। ਜੋ ਤੁਹਾਡੀ ਪਸੰਦ ਹੈ ਉਹਦੇ ਤੁਹਾਡਾ ਮਨ ਲੱਗਦਾ ਹੈ, ਜੋ ਤੁਹਾਡੀ ਨਾ ਪਸੰਦ ਹੈ ਉਹਦੇ 'ਚ ਤੁਹਾਡਾ ਮਨ ਕੋਈ ਰਸ ਨਹੀਂ ਲੈਂਦਾ। ਹੁਣ ਆਪਾਂ ਦੇਖਣਾ ਕਿ ਸਾਡਾ ਮਨ ਕਿੱਥੇ ਲੱਗਦਾ ਹੈ।